ਹੁਣ ਅੱਗੇ ਇਹਦੇ ਹੈਗਾ ਹੈ ਬਜਟ ਐਕਸਪੈਂਡੀਚਰ। ਹੁਣ ਬਜਟ ਐਕਸਪੈਂਡੀਚਰ ਕੀ ਹੈਗਾ ਹੈ ਕਿ ਇਹ ਵੀ ਅੱਗੇ ਦੋ ਪਾਰਟ ਵਿੱਚ ਕਲਾਸੀਫਾਈਡ ਹੈਗਾ ਹੈ, ਰੈਵਨਿਊ ਐਕਸਪੈਂਡੀਚਰ ਐਂਡ ਕੈਪੀਟਲ ਐਕਸਪੈਂਡੀਚਰ। ਹੁਣ ਰੈਵਨਿਊ ਐਕਸਪੈਂਡੀਚਰ ਵਿੱਚ ਕੀ ਹੈਗਾ ਹੈ ਕਿ ਰੈਵਨਿਊ ਐਕਸਪੈਂਡੀਚਰ ਕੀ ਹੈਗਾ ਕਿ ਉਹ ਐਕਸਪੈਂਡੀਚਰ, ਉਹ ਖਰਚਾ ਗੌਰਮੈਂਟ ਦਾ, ਠੀਕ ਹੈ। ਮਤਲਬ ਕਿ ਬਜਟ ਐਕਸਪੈਂਡੀਚਰ ਹੁੰਦਾ ਕੀ ਹੈ ਕਿ ਗੌਰਮੈਂਟ ਜੋ ਖਰਚਾ ਕਰ ਰਹੀ ਹੈ, ਠੀਕ ਹੈ। ਕਿਉਂਕਿ ਹੁਣ ਇਹਦੇ ਵਿੱਚ ਗੌਰਮੈਂਟ ਐਸਟੀਮੇਸ਼ਨ ਲਾਉਂਦੀ ਹੈ ਕਿ ਗੌਰਮੈਂਟ ਕਿੰਨਾ ਖਰਚਾ ਕਰੇਗੀ। ਆਪਾਂ ਪਹਿਲਾਂ ਪੜ੍ਹਿਆ ਸੀਗਾ ਬਜਟ ਰਿਸਿਪਟ, ਠੀਕ ਹੈ, ਕਿ ਗੌਰਮੈਂਟ ਕਿਹਨੂੰ ਕਿੰਨੀ ਇਨਕਮ ਹੋ ਸਕਦੀ ਹੈ ਉਹ ਐਸਟੀਮੇਸ਼ਨ ਲਾਉਂਦੀ ਹੈ। ਇੱਥੇ ਕੀ ਹੈ ਗੌਰਮੈਂਟ ਕਿੰਨਾ ਖਰਚਾ ਕਰੇਗੀ ਇਹ ਐਸਟੀਮੇਸ਼ਨ ਲਾਉਂਦੀ ਹੈ। ਐਂਡ ਇਹ ਵੀ ਜਿਹੜੀ ਖਰਚੇ ਗੌਰਮੈਂਟ ਨੇ ਕਰਨੇ ਹੁੰਦੇ ਇਹ ਵੀ ਦੋ ਤਰੀਕੇ ਦੇ ਹੁੰਦੇ, ਰੈਵਨਿਊ ਐਕਸਪੈਂਡੀਚਰ ਐਂਡ ਕੈਪੀਟਲ ਐਕਸਪੈਂਡੀਚਰ। ਫਸਟ ਆਫ ਆਲ ਆਪਾਂ ਡਿਸਕਸ ਕਰਾਂਗੇ ਰੈਵਨਿਊ ਐਕਸਪੈਂਡੀਚਰ। ਰੈਵਨਿਊ ਐਕਸਪੈਂਡੀਚਰ ਕੀ ਗੌਰਮੈਂਟ ਦੇ ਦੁਆਰਾ ਉਹ ਖਰਚੇ ਕੀਤੇ ਜਾਂਦੇ ਹੈ ਜੋ ਕਿ ਟਰਾਂਸਫਰ ਔਨ ਪੇਮੈਂਟ 'ਤੇ ਖਰਚੇ ਗੌਰਮੈਂਟ ਦੇ ਦੁਆਰਾ ਕੀਤੇ ਜਾ ਰਹੇ ਆ, ਉਹਨੂੰ ਕਹਿੰਦੇ ਆ ਰੈਵਨਿਊ ਐਕਸਪੈਂਡੀਚਰ। ਇਹਦੇ ਦੋ ਮਤਲਬ ਕਿ ਇਹਦੀਆਂ ਫੀਚਰਸ ਕੀ ਹੈ ਕਿ ਇਹਦੇ ਨਾਲ ਗੌਰਮੈਂਟ ਦੇ ਕੋਈ ਐਸਟ ਕ੍ਰੀਏਟ ਨਹੀਂ ਹੁੰਦੀ ਅਤੇ ਕੋਈ ਲਾਇਬਿਲਿਟੀ ਰਿਡਿਊਸ ਨਹੀਂ ਹੁੰਦੀ। ਮਤਲਬ ਕਿ ਜਿੱਥੇ ਰੈਵਨਿਊ ਵਰਡ ਆ ਜਾਏ ਉੱਥੇ ਯਾਦ ਰੱਖਣਾ ਹੈ, ਚਾਹੇ ਉਹ ਰਿਸਿਪਟ ਹੈ ਚਾਹੇ ਉਹ ਐਕਸਪੈਂਡੀਚਰ ਹੈ, ਕਿ ਉੱਥੇ ਨਾ ਗੌਰਮੈਂਟ ਦੀ ਕੋਈ ਐਸਟ ਕ੍ਰੀਏਟ ਹੁੰਦੀ ਹੈ, ਨਾ ਹੀ ਕੋਈ ਲਾਇਬਿਲਿਟੀ ਰਿਡਿਊਸ ਹੁੰਦੀ ਹੈ, ਨਾ ਹੀ ਕੋਈ ਉੱਥੇ ਲਾਇਬਿਲਿਟੀ ਕ੍ਰੀਏਟ ਹੁੰਦੀ ਹੈ, ਠੀਕ ਹੈ। ਅਤੇ ਹੁਣ ਮਤਲਬ ਕਿ ਇੱਥੇ ਜੋ ਵੀ ਖਰਚੇ ਗੌਰਮੈਂਟ ਕਰ ਰਹੀ ਹੈ ਟਰਾਂਸਫਰ ਔਨ ਪੇਮੈਂਟ, ਯਾਨੀ ਕਿ ਸਕਾਲਰਸ਼ਿਪ 'ਤੇ ਖਰਚਾ ਕਰਤਾ, ਅਨਇੰਪਲੋਇਮੈਂਟ ਅਲਾਊਂਸਿਸ 'ਤੇ ਕਰਤਾ, ਓਲਡ ਏਜ ਪੈਨਸ਼ਨ 'ਤੇ ਕਰਤਾ, ਸੈਲਰੀਜ਼ ਦੇਤੀ, ਦੀਜ਼ ਆਲ ਆਰ ਦਾ ਰੈਵਨਿਊ ਐਕਸਪੈਂਡੀਚਰ। ਐਂਡ ਅੱਗੇ ਕੀ ਹੈਗਾ ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਕੀ ਹੈ ਕਿ ਜਦੋਂ ਗੌਰਮੈਂਟ ਦੇ ਦੁਆਰਾ ਕੋਈ ਖਰਚਾ ਕੀਤਾ ਜਾ ਰਿਹਾ ਜਿਹਦੇ ਨਾਲ ਪ੍ਰੋਡਕਸ਼ਨ ਹੋ ਰਹੀ ਹੈ ਕਿਸੇ ਐਸਟ ਦੀ, ਜਾਂ ਲੋਨ ਦਿੱਤਾ ਜਾ ਰਿਹਾ ਹੈ ਗੌਰਮੈਂਟ ਦੇ ਦੁਆਰਾ ਸਟੇਟ ਗੌਰਮੈਂਟ ਨੂੰ ਜਾਂ ਕਿਸੇ ਵੀ ਗੌਰਮੈਂਟ ਨੂੰ, ਜਾਂ ਠੀਕ ਹੈ, ਇਹਨੂੰ ਆਪਾਂ ਕਹਿੰਦੇ ਹਾਂ ਕੈਪੀਟਲ ਐਕਸਪੈਂਡੀਚਰ। ਇਹਦੇ ਦੋ ਫੀਚਰ ਹੈ ਕਿ ਇਹਦੇ ਨਾਲ ਗੌਰਮੈਂਟ ਦੀ ਐਸਿਡ ਜੋ ਹੈ ਕ੍ਰੀਏਟ ਹੁੰਦੀ ਹੈ, ਠੀਕ ਹੈ, ਜਿੱਦਾਂ ਕੋਈ ਮਸ਼ੀਨਰੀ ਪਰਚੇਸ ਕਰ ਲਈ, ਕੋਈ ਬਿਲਡਿੰਗ ਪਰਚੇਸ ਕਰ ਲਈ, ਠੀਕ ਹੈ, ਐਸਿਡ ਕ੍ਰੀਏਟ ਹੁੰਦੀ ਹੈ। ਐਂਡ ਇਹਦੇ ਨਾਲ ਜੋ ਹੈ ਲਾਇਬਿਲਿਟੀ ਰਿਡਿਊਸ ਹੁੰਦੀ ਹੈ, ਜਿੱਦਾਂ ਡੈਟ ਦੀ ਪੇਮੈਂਟ ਕਰਤੀ, ਰੀਪੇਮੈਂਟ ਕਰਤਾ ਡੈਟ, ਠੀਕ ਹੈ, ਉਹਦੇ ਕੀ ਹੋ ਜਾਂਦਾ ਰਿਡਿਊਸ ਹੋ ਜਾਂਦਾ। ਹੁਣ ਗੌਰਮੈਂਟ ਦੇ ਐਕਸਪੈਂਡੀਚਰ ਕਈ ਤਰੀਕੇ ਦੇ ਹੈ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪਲਾਨ ਐਕਸਪੈਂਡੀਚਰ। ਪਲਾਨ ਐਕਸਪੈਂਡੀਚਰ ਕਿਹੜਾ ਕਿ ਜਿਹੜਾ ਗੌਰਮੈਂਟ ਨੇ ਫॉर द ਡਿਵੈਲਪਮੈਂਟ ਆਫ ਦ ਕੰਟਰੀ ਖਰਚਾ ਕਰਨਾ ਹੈ, ਪਰ ਉਹਦੀ ਪਹਿਲਾਂ ਪਲਾਨਿੰਗ ਕਰ ਲੈਣੀ ਹੈ, ਪਹਿਲਾਂ ਪਲਾਨਿੰਗ ਕਰਨੀ ਹੈ ਫਿਰ ਖਰਚਾ ਕਰਨਾ ਹੈ, ਉਹਨੂੰ ਕਹਿੰਦੇ ਆ ਪਲਾਨ ਐਕਸਪੈਂਡੀਚਰ। ਜਿੱਦਾਂ ਗੌਰਮੈਂਟ ਨੇ ਡਿਸਾਈਡ ਕੀਤਾ ਰੋਡ 'ਤੇ ਖਰਚਾ ਕਰਨਾ, ਰੇਲਵੇ 'ਤੇ ਖਰਚਾ ਕਰਨਾ, ਐਗਰੀਕਲਚਰ 'ਤੇ ਕਿੰਨਾ ਖਰਚਾ ਕਰਨਾ, ਕਮਿਊਨੀਕੇਸ਼ਨ 'ਤੇ ਕਿੰਨਾ, ਟਰਾਂਸਪੋਰਟੇਸ਼ਨ 'ਤੇ ਕਿੰਨਾ, ਹੈਲਥ 'ਤੇ ਕਿੰਨਾ, ਐਜੂਕੇਸ਼ਨ 'ਤੇ ਕਿੰਨਾ। ਇਹਨਾਂ ਮਤਲਬ ਕਿ ਇਹਨਾਂ ਪਰਪਸ ਵਾਸਤੇ ਜਦੋਂ ਗੌਰਮੈਂਟ ਨੇ ਡਿਸਾਈਡ ਕਰ ਲਿਆ ਕਿ ਅਸੀਂ ਪੈਸੇ ਮਨੀ ਸਪੈਂਡ ਕਰਨਾ ਹੈ, ਇਸ ਤਰੀਕੇ ਦੇ ਨਾਲ ਮਨੀ ਸਪੈਂਡ ਕਰਨਾ ਹੈ ਸਟੈਪ ਬਾਏ ਸਟੈਪ, ਡੈਟ ਇਜ਼ ਦਾ ਪਲਾਨ ਐਕਸਪੈਂਡੀਚਰ। ਐਂਡ ਨੋਨ ਪਲਾਨ ਐਕਸਪੈਂਡੀਚਰ, ਹੁਣ ਕਈ ਵਾਰ ਇਹੋ ਜਿਹੀ ਇਕੋਨਮੀ ਵਿੱਚ ਇਹੋ ਜਿਹੀ ਸਿਚੁਏਸ਼ਨ ਰਾਈਜ਼ ਹੋ ਜਾਂਦੀ ਹੈ ਕਿ ਗੌਰਮੈਂਟ ਨੇ ਸੋਚਿਆ ਵੀ ਨਹੀਂ ਹੁੰਦਾ ਔਰ ਉੱਥੇ ਗੌਰਮੈਂਟ ਨੂੰ ਪੈਸਾ ਖਰਚ ਕਰਨਾ ਪੈਂਦਾ। ਜਿੱਦਾਂ ਇੱਕਦਮ ਅਚਾਨਕ ਹੀ ਫਲੱਡ ਆ ਗਏ, ਅਚਾਨਕ ਹੀ ਕਿਤੇ ਮਤਲਬ ਕਿ ਅਰਥਕੁਏਕ ਹੋ ਗਿਆ, ਕੁਛ ਵੀ ਹੋ ਗਿਆ, ਇਹੋ ਜਿਹੇ ਕੋਈ ਡਿਜ਼ਾਸਟਰਸ ਆ ਗਏ ਜਿੱਥੇ ਗੌਰਮੈਂਟ ਨੂੰ ਪੈਸਾ ਅਚਾਨਕ ਹੀ ਖਰਚ ਕਰਨਾ ਪੈ ਗਿਆ। ਐਂਡ ਇੱਥੇ ਗੌਰਮੈਂਟ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਗੌਰਮੈਂਟ ਨੂੰ ਪੈਸਾ ਖਰਚ ਕਰਨਾ ਪਊਗਾ, ਡੈਟ ਇਜ਼ ਅ ਨੋਨ ਪਲਾਨਡ ਐਕਸਪੈਂਡੀਚਰ। ਡਿਵੈਲਪਮੈਂਟ ਐਕਸਪੈਂਡੀਚਰ, ਜਿੱਥੇ ਮਤਲਬ ਕਿ ਗੌਰਮੈਂਟ ਜੋ ਹੈ ਫॉर द ਡਿਵੈਲਪਮੈਂਟ ਆਫ ਦ ਕੰਟਰੀ ਵਾਸਤੇ ਜਦੋਂ ਪੈਸੇ ਖਰਚ ਰਹੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਡਿਵੈਲਪਮੈਂਟ ਐਕਸਪੈਂਡੀਚਰ। ਫੋਰ ਐਗਜ਼ਾਮਪਲ ਜਿੱਦਾਂ ਇੱਥੇ ਇਨਫਰਾਸਟਰਕਚਰ ਨੂੰ ਅੱਛਾ ਬਣਾਉਣਾ ਹੈ ਕੰਟਰੀ ਦੀ, ਠੀਕ ਹੈ, ਜਿੱਦਾਂ ਰੋਡ, ਬਿਲਡਿੰਗ, ਠੀਕ ਹੈ, ਜਿੱਦਾਂ ਰੋਡ ਬਣਾਉਣੀ ਹੈ, ਬਿਲਡਿੰਗ ਬਣਾਉਣੀ ਹੈ, ਕੋਈ ਵੀ ਇਹੋ ਜਿਹੀਆਂ ਚੀਜ਼ਾਂ ਡਿਵੈਲਪਮੈਂਟ ਵਾਸਤੇ, ਜਾਂ ਐਗਰੀਕਲਚਰ ਦੀ ਇੰਪਰੂਵਮੈਂਟ ਕਰਨੀ ਹੈ, ਇੰਡਸਟਰੀਜ਼ ਨੂੰ ਮਤਲਬ ਕਿ ਸਹੀ ਕਰਨਾ ਹੈ, ਠੀਕ ਹੈ, ਇੰਡਸਟਰੀਜ਼ ਨੂੰ ਪ੍ਰਮੋਟ ਕਰਨਾ ਹੈ, ਹੈਲਥ ਨੂੰ ਮਤਲਬ ਕਿ ਸਹੀ ਕਰਨਾ ਹੈ, ਕਮਿਊਨੀਕੇਸ਼ਨ ਸਹੀ ਕਰਨਾ ਹੈ, ਇੱਦਾਂ ਦਾ ਕੋਈ ਵੀ ਇਨਫਰਾਸਟਰਕਚਰ, ਮਤਲਬ ਕਿ ਸਿੱਧਾ ਇੱਕ ਵਰਡ ਆ ਗਿਆ ਕਿ ਜਦੋਂ ਇਨਫਰਾਸਟਰਕਚਰ ਦਾ ਸੁਧਾਰ ਕਰਨਾ ਹੈ ਗੌਰਮੈਂਟ ਨੇ ਇਕੋਨਮੀ ਦਾ ਕੰਟਰੀ ਦਾ, ਠੀਕ ਹੈ, ਉਹਨੂੰ ਕਹਿੰਦੇ ਡਿਵੈਲਪਮੈਂਟ ਐਕਸਪੈਂਡੀਚਰ। ਨੋਨ ਡਿਵੈਲਪਮੈਂਟ ਐਕਸਪੈਂਡੀਚਰ ਜੋ ਕਿ ਗੌਰਮੈਂਟ ਨੇ ਬਾਰ-ਬਾਰ ਖਰਚਾ ਨਹੀਂ ਕਰਨਾ, ਜੋ ਕਿ ਅਚਾਨਕ ਹੀ ਕਈ ਵਾਰ ਮਤਲਬ ਕਿ ਅਚਾਨਕ ਹੀ ਆ ਜਾਂਦਾ ਔਰ ਰੂਲਸ ਰੈਗੂਲੇਸ਼ਨ ਵੀ ਗੌਰਮੈਂਟ ਨੇ ਉਹਦੇ ਰਿਗਾਰਡਿੰਗ ਕੋਈ ਜੋ ਹੈ ਨਹੀਂ ਬਣਾਏ ਹੁੰਦੇ, ਠੀਕ ਹੈ, ਔਰ ਮਤਲਬ ਕਿ ਨੋਨ ਡਿਵੈਲਪਮੈਂਟ ਮਤਲਬ ਕਿ ਉਹਦਾ ਪਰਪਸ ਜੋ ਹੈ ਡਿਵੈਲਪਮੈਂਟ ਕਰਨਾ ਨਹੀਂ ਹੈਗਾ, ਠੀਕ ਹੈ, ਬਟ ਮਤਲਬ ਕਿ ਖਰਚਾ ਫਿਰ ਵੀ ਕਰਨਾ ਪੈਂਦਾ ਹੈ। ਜਿੱਦਾਂ ਮਤਲਬ ਕਿ ਇੱਥੇ ਓਲਡ ਏਜ ਪੈਨਸ਼ਨ, ਹੁਣ ਓਲਡ ਏਜ ਪੈਨਸ਼ਨ ਗੌਰਮੈਂਟ ਦੇ ਰਹੀ ਹੈ, ਇਹਦੇ ਨਾਲ ਕੋਈ ਡਿਵੈਲਪਮੈਂਟ ਹੋ ਰਹੀ ਹੈ, ਕੋਈ ਡਿਵੈਲਪਮੈਂਟ ਨਹੀਂ ਹੋ ਰਹੀ, ਜਾਂ ਲਾਅ ਐਂਡ ਆਰਡਰ ਮੇਨਟੇਨੈਂਸ ਕਰਨ ਵਾਸਤੇ ਗੌਰਮੈਂਟ ਕੋਈ ਖਰਚਾ ਕਰ ਰਹੀ ਹੈ, ਜਾਂ ਸਿਕਿਉਰਿਟੀ ਵਾਸਤੇ, ਡਿਫੈਂਸ ਵਾਸਤੇ ਕੋਈ ਖਰਚਾ ਕਰ ਰਹੀ ਹੈ, ਇਹਦੇ ਨਾਲ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ, ਬਟ ਗੌਰਮੈਂਟ ਜੋ ਹੈ ਇਹੋ ਜਿਹੇ ਜਦੋਂ ਖਰਚੇ ਕਰਦੀ ਹੈ, ਠੀਕ ਹੈ, ਇਹਨੂੰ ਕਹਿੰਦੇ ਆ ਨੋਨ ਡਿਵੈਲਪਮੈਂਟ ਐਕਸਪੈਂਡੀਚਰ। ਹੁਣ ਅੱਗੇ ਕੀ ਹੈ ਰੈਕਰਿੰਗ ਐਕਸਪੈਂਡੀਚਰ, ਜੋ ਗੌਰਮੈਂਟ ਬਾਰ-ਬਾਰ ਖਰਚਾ ਕਰਦੀ ਹੈ ਜਿਨ੍ਹਾਂ ਚੀਜ਼ਾਂ 'ਤੇ, ਰੈਗੂਲਰਲੀ ਜਿਨ੍ਹਾਂ ਚੀਜ਼ਾਂ 'ਤੇ, ਠੀਕ ਹੈ, ਮਤਲਬ ਕਿ ਰੈਕਰਿੰਗ ਮਤਲਬ ਕੀ ਹੈ ਰੈਗੂਲਰਲੀ ਜਿਨ੍ਹਾਂ ਚੀਜ਼ਾਂ 'ਤੇ ਖਰਚਾ ਕਰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਰੈਕਰਿੰਗ ਇਨ ਨੇਚਰ। ਜਿੱਦਾਂ ਹੁਣ ਐਜੂਕੇਸ਼ਨ 'ਤੇ ਗੌਰਮੈਂਟ ਨੇ ਖਰਚਾ ਕਰਤਾ, ਠੀਕ ਹੈ, ਫਿਰ ਕਮਿਊਨੀਕੇਸ਼ਨ 'ਤੇ ਜਿੱਦਾਂ ਖਰਚਾ ਕਰਤਾ, ਫਿਰ ਹੈਲਥ 'ਤੇ ਜਿੱਦਾਂ ਖਰਚਾ ਕਰਤਾ, ਠੀਕ ਹੈ, ਇਹ ਜਿਹੜੇ ਖਰਚੇ ਹੈਗੇ ਹੈ ਇਹ ਸਾਰੇ ਖਰਚੇ ਜਿਹੜੇ ਹੈਗੇ ਹੈ ਇਹ ਰੈਕਰਿੰਗ ਇਨ ਨੇਚਰ ਜਿਹੜੇ ਖਰਚੇ ਹੈਗੇ ਜਿਹੜੇ ਗੌਰਮੈਂਟ ਜੋ ਹੈ ਲਗਾਤਾਰ ਖਰਚੇ ਕਮੈਂਟ ਕਰਦੀ ਰਹਿੰਦੀ ਹੈ। ਐਂਡ ਇਸ ਤਰੀਕੇ ਦੇ ਨਾਲ ਨੋਨ ਰੈਕਰਿੰਗ ਇਨ ਨੇਚਰ ਜਿਹੜਾ ਹੈਗਾ ਜਿਹੜਾ ਹੈਗਾ ਨੋਟ ਇੰਕਰਡ ਰੈਗੂਲਰਲੀ, ਜਿਹੜੇ ਕਿ ਗੌਰਮੈਂਟ ਰੈਗੂਲਰਲੀ ਜਿਹੜੇ ਇੰਕਰਡ ਨਹੀਂ ਕਰਦੀ, ਠੀਕ ਹੈ।
ਹੁਣ ਇਹਦੇ ਵਿੱਚ ਜਿਹੜਾ ਹੈਗਾ ਹੈ ਜਿੱਦਾਂ ਫਲੱਡਸ ਆ ਗਏ, ਕੋਈ ਵਿਕਟਮ ਆ ਗਿਆ, ਕੋਈ ਰਿਲੀਫ ਫੰਡ ਆ ਗਿਆ, ਇਹੋ ਜਿਹੇ ਜਦੋਂ ਖਰਚੇ ਕਰਨੇ ਪੈਂਦੇ ਆ ਉਹ ਹੈਗਾ ਨੋਨ ਰੈਕਰਿੰਗ ਐਕਸਪੈਂਡੀਚਰ। ਹੁਣ ਅੱਜ ਦਾ ਲਾਸਟ ਟੌਪਿਕ ਸਟੂਡੈਂਟ, ਇੰਪੋਰਟੈਂਸ ਐਂਡ ਸਿਗਨੀਫਿਕੈਂਸ ਆਫ ਪਬਲਿਕ ਐਕਸਪੈਂਡੀਚਰ, ਕਿ ਗੌਰਮੈਂਟ ਜੋ ਐਕਸਪੈਂਡੀਚਰ ਕਿਉਂ ਕਰਦੀ ਹੈ। ਕਿਉਂਕਿ ਦੇਖੋ ਗੌਰਮੈਂਟ ਐਕਸਪੈਂਡੀਚਰ ਕਰਦੀ ਹੈ, ਉਹਦੇ ਨਾਲ ਜੋ ਹੈ ਇਕਨੋਮਿਕ ਡਿਵੈਲਪਮੈਂਟ ਵਾਸਤੇ ਉਹ ਇੱਕ ਖਰਚਾ ਜੋ ਹੈ ਸਾਨੂੰ ਬੈਨੀਫਿਟ ਦਿੰਦਾ ਹੈ, ਮਤਲਬ ਕਿ ਉਹਦੇ ਨਾਲ ਜੋ ਹੈ ਕੰਟਰੀ ਦੀ ਡਿਵੈਲਪਮੈਂਟ ਹੁੰਦੀ ਹੈ, ਇਕਨੋਮਿਕ ਡਿਵੈਲਪਮੈਂਟ ਹੁੰਦੀ ਹੈ। ਹੁਣ ਉਹ ਇਕਨੋਮਿਕ ਡਿਵੈਲਪਮੈਂਟ ਕਿਉਂ ਹੁੰਦੀ ਹੈ, ਕਿਉਂਕਿ ਜਦੋਂ ਗੌਰਮੈਂਟ ਜੋ ਹੈ ਰੋਡ ਕੰਸਟਰਕਟ ਕਰਦੀ ਹੈ, ਕੋਈ ਇੰਡਸਟਰੀ ਕੰਸਟਰਕਟ ਕਰਦੀ ਹੈ, ਠੀਕ ਹੈ, ਜਾਂ ਮਤਲਬ ਕਿ ਇਹੋ ਜਿਹੇ ਪਰਪਸ ਵਾਸਤੇ ਜਦੋਂ ਮਤਲਬ ਕਿ ਗੌਰਮੈਂਟ ਪੈਸਾ ਖਰਚ ਕਰਦੀ ਹੈ, ਜਿਹਦੇ ਨਾਲ ਕੀ ਹੈਗਾ ਕਿ ਸਾਡੀ ਜਿਹੜਾ ਹੈਗੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਡੇ ਜਿਹੜਾ ਗਰੋਥ ਰੇਟ ਹੈ, ਇਕਨੋਮਿਕ ਗਰੋਥ ਰੇਟ ਜਿਹੜਾ ਹੈਗਾ ਉਹ ਰਾਈਜ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਪ੍ਰਮੋਟ ਆਫ ਦ ਇਕਨੋਮਿਕ ਵੈਲਫੇਅਰ, ਜਿੱਦਾਂ ਹੁਣ ਗੌਰਮੈਂਟ ਜੋ ਹੈ ਐਜੂਕੇਸ਼ਨ 'ਤੇ ਖਰਚ ਕਰ ਦਿੰਦੀ ਹੈ, ਠੀਕ ਹੈ, ਜਿੱਦਾਂ ਹੁਣ ਹੈਲਥ 'ਤੇ ਖਰਚ ਕਰ ਦਿੰਦੀ ਹੈ, ਇਹਦੇ ਨਾਲ ਕੀ ਹੋ ਜਾਂਦਾ, ਇਹਦੇ ਨਾਲ ਜੋ ਹੈ ਇੱਕ ਲੋਕਾਂ ਦਾ ਬੈਨੀਫਿਟ ਵਾਸਤੇ, ਸੋਸਾਇਟੀ ਵਾਸਤੇ ਜੋ ਹੈ ਗੌਰਮੈਂਟ ਖਰਚਾ ਕਰ ਰਹੀ ਹੈ, ਠੀਕ ਹੈ। ਇਹਦੇ ਵਿੱਚ ਪਾਵਰਟੀ ਰਿਡਿਊਸ ਕਰਨ ਵਾਸਤੇ ਵੀ ਗੌਰਮੈਂਟ ਖਰਚਾ ਕਰ ਸਕਦੀ ਹੈ। ਐਂਡ ਜਦੋਂ ਗੌਰਮੈਂਟ ਖਰਚਾ ਕਰਦੀ ਹੈ ਉਹਦੇ ਨਾਲ ਪ੍ਰਾਈਸ ਸਟੇਬਿਲਿਟੀ ਐਂਡ ਇਕਨੋਮਿਕ ਸਟੇਬਿਲਿਟੀ ਰਹਿੰਦੀ ਹੈ। ਇਹਦੇ ਨਾਲ ਜੋ ਹੈ ਇਨਫਲੇਸ਼ਨ, ਮਾਰਕੀਟ ਵਿੱਚ ਮੰਦੀ ਜਾਂ ਤੇਜ਼ੀ ਜੋ ਹੈ ਇਹਦੇ ਵਿੱਚ ਨਾਲ ਨਹੀਂ ਆਉਂਦੀ। ਇਹ ਇਨਫਲੇਸ਼ਨ ਐਂਡ ਡਿਫਲੇਸ਼ਨ ਰਿਡਿਊਸਿਸ, ਇਹ ਰਿਡਿਊਸ ਹੋ ਜਾਂਦੇ ਐਂਡ ਇਕਨੋਮਿਕ ਸਟੇਬਿਲਿਟੀ ਬਣੀ ਰਹਿੰਦੀ ਹੈ। ਐਂਡ ਜਦੋਂ ਇਹਦੇ ਨਾਲ ਕੀ ਹੈਗਾ, ਗੌਰਮੈਂਟ ਖਰਚਾ ਕਰਦੀ ਹੈ, ਇਹਦੇ ਨਾਲ ਜਿਹੜੀ ਇਨਇਕੁਐਲਿਟੀ ਹੈ ਬਿਟਵੀਨ ਦ ਪੂਅਰ ਐਂਡ ਰਿਚ, ਠੀਕ ਹੈ, ਉਹ ਵੀ ਜਿਹੜਾ ਹੈਗਾ ਇਹਦੇ ਨਾਲ ਰਿਡਿਊਸ ਹੁੰਦਾ ਹੈ, ਠੀਕ ਹੈ। ਕਿਉਂਕਿ ਗੌਰਮੈਂਟ ਜੋ ਹੈ ਬੈਨੀਫਿਟਸ ਪ੍ਰੋਵਾਈਡ ਕਰਦੀ ਹੈ, ਜਿੱਦਾਂ ਸਕੋਲਰਸ਼ਿਪ ਪ੍ਰੋਵਾਈਡ ਕਰਦੀ ਹੈ, ਠੀਕ ਹੈ, ਜਾਂ ਫਿਰ ਜਿੱਦਾਂ ਮਤਲਬ ਕਿ ਅਲਾਊਂਸਿਸ, ਅਨਇੰਪਲੋਇਮੈਂਟ ਅਲਾਊਂਸਿਸ ਪ੍ਰੋਵਾਈਡ ਕਰਦੀ ਹੈ, ਕੋਈ ਵੀ ਇਹੋ ਜਿਹੇ ਜਿੱਦਾਂ ਪੂਅਰ ਲੋਕਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਹੈ, ਜਿਹਦੇ ਨਾਲ ਕੀ ਹੈ ਕਿ ਇਨਇਕੁਐਲਿਟੀਜ਼ ਜੋ ਘੱਟ ਜਾਂਦੀ ਹੈ। ਫਿਰ ਹੈਲਪਫੁਲ ਇਨ ਐਲੋਕੇਸ਼ਨ ਆਫ ਰਿਸੋਰਸਿਸ, ਹੁਣ ਮਤਲਬ ਕਿ ਕੀ ਹੈ, ਜਿਹੜੇ ਰਿਚ ਪੀਪਲ ਹੈ ਉਹਨਾਂ 'ਤੇ ਗੌਰਮੈਂਟ ਕੀ ਕਰਦੀ ਹੈ, ਚਾਰਜ ਟੈਕਸ ਕਰਦੀ ਹੈ। ਐਂਡ ਜਿਹੜੇ ਪੂਅਰ ਹੈ ਜਾਂ ਜੇ ਰੂਰਲ ਏਰੀਆ ਵਿੱਚ ਕੁਝ ਖੋਲ੍ਹਣਾ ਹੈ ਉਹਦੇ ਵਾਸਤੇ ਗੌਰਮੈਂਟ ਕੀ ਦਿੰਦੀ ਹੈ, ਉਹਦੇ ਵਾਸਤੇ ਸਬਸਿਡੀਜ਼ ਦਿੰਦੀ ਹੈ, ਠੀਕ ਹੈ, ਜਿਹਦੇ ਨਾਲ ਕੀ ਹੈ ਕਿ ਸਹੀ ਜਿਹੜੀ ਡਿਵੀਜ਼ਨ ਆਫ ਦਾ ਕਮੋਡਿਟੀ ਪ੍ਰੋਡਕਟ ਜੋ ਵੀ ਹੈਗਾ ਬੈਨੀਫਿਟਸ ਜੋ ਹੈ ਉਹਦੀ ਡਿਵੀਜ਼ਨ ਜੋ ਹੈ ਸਹੀ ਤਰੀਕੇ ਦੇ ਨਾਲ ਹੁੰਦੀ ਹੈ, ਜਿਹਦੇ ਨਾਲ ਰਿਸੋਰਸਿਸ ਸਹੀ ਤਰੀਕੇ ਦੇ ਨਾਲ ਰਿਸੋਰਸਿਸ ਦੀ ਵੰਡ ਕੀਤੀ ਜਾਂਦੀ ਹੈ। ਹੁਣ ਅੱਗੇ ਕੀ ਹੈ, ਹੈਲਪਫੁਲ ਇਨ ਇੰਪਲੋਇਮੈਂਟ ਜਨਰੇਸ਼ਨ, ਗੌਰਮੈਂਟ ਜੋ ਹੈ ਪੈਸੇ ਜੋ ਹੈ ਮਨੀ ਜੋ ਹੈ ਇਸ ਪਰਪਸ ਵਾਸਤੇ ਵੀ ਕਈ ਵਾਰ ਸਪੈਂਡ ਕਰਦੀ ਹੈ ਕਿ ਕਈ ਵਾਰ ਇੰਪਲੋਇਮੈਂਟ ਜਿਹੜੀ ਹੈਗੀ ਹੈ, ਇੰਪਲੋਇਮੈਂਟ ਜੋ ਜਨਰੇਟ ਕਰਨ ਵਾਸਤੇ ਜੋ ਹੈ ਗੌਰਮੈਂਟ ਜੋ ਹੈ ਖਰਚਾ ਕਰਦੀ ਹੈ, ਜਿਹਦੇ ਨਾਲ ਕੀ ਹੈ ਕਿ ਅਨਇੰਪਲੋਇਡ ਲੋਕਾਂ ਨੂੰ ਜੋ ਹੈ ਰੋਜ਼ਗਾਰ ਮਿਲ ਸਕੇ। ਫਿਰ ਡਿਵੈਲਪਮੈਂਟ ਆਫ ਦਾ ਇਨਫਰਾਸਟਰਕਚਰ ਵਿੱਚ ਰੋਡ ਆ ਗਿਆ, ਠੀਕ ਹੈ, ਆਪਣੀ ਬਿਲਡਿੰਗਸ ਆ ਗਈ, ਡੈਮਸ ਆ ਗਈਆਂ, ਇਹ ਸਭ ਕੁਝ ਕੰਸਟਰਕਟ ਕਰਦੀ ਹੈ। ਫਿਰ ਸਿਕਿਉਰਿਟੀ ਸਟਰੋਂਗ ਹੁੰਦੀ ਹੈ, ਸਿਕਿਉਰਿਟੀ ਕਿੱਦਾਂ ਸਟਰੋਂਗ ਹੁੰਦੀ ਹੈ, ਜਿੱਦਾਂ ਨੋਨ ਪਲਾਨਡ ਜਿਹੜਾ ਗੌਰਮੈਂਟ ਦਾ ਖਰਚਾ ਹੈਗਾ ਡਿਫੈਂਸ 'ਤੇ, ਹੁਣ ਆਪਣੀ ਆਰਮੀ, ਇੰਡੀਅਨ ਆਰਮੀ 'ਤੇ ਗੌਰਮੈਂਟ ਖਰਚਾ ਕਰਦੀ ਹੈ, ਠੀਕ ਹੈ, ਉਹਨਾਂ ਨੂੰ ਮਤਲਬ ਕਿ ਬੈਨੀਫਿਟਸ ਪ੍ਰੋਵਾਈਡ ਕਰਦੀ ਹੈ, ਉਹਦੇ ਨਾਲ ਜੋ ਹੈ ਸਾਡੀ ਜੋ ਹੈ ਸਿਕਿਉਰਿਟੀ ਸਟਰੋਂਗ ਹੁੰਦੀ ਹੈ। ਕਿਉਂਕਿ ਜੇ ਸਾਡੀ ਕੰਟਰੀ ਦੀ ਆਰਮੀ ਸਟਰੋਂਗ ਹੋਏ ਤਾਂ ਹੀ ਅਸੀਂ ਸੇਫ ਹਾਂ, ਅਦਰਵਾਈਜ਼ ਆਪਾਂ ਸੇਫ ਵੀ ਨਹੀਂ ਹੈਗੇ। ਫਿਰ ਇਹਦੇ ਨਾਲ ਕੀ ਇੰਡਸਟਰੀਅਲਾਈਜੇਸ਼ਨ, ਗੌਰਮੈਂਟ ਕੀ ਇੰਡਸਟਰੀ 'ਤੇ ਖਰਚਾ ਕਰਦੀ ਹੈ, ਜਿਹਦੇ ਨਾਲ ਇੰਡਸਟਰੀਜ਼ ਪ੍ਰਮੋਟ ਹੁੰਦੀਆਂ। ਐਂਡ ਫਿਰ ਇਹਦੇ ਨਾਲ ਕੀ ਹੈ ਕਿ ਜਿਹੜਾ ਇਨਫਲੇਸ਼ਨ ਐਂਡ ਡਿਫਲੇਸ਼ਨ ਜਿਹੜਾ ਹੈਗਾ ਹੈ ਉਹਦੇ 'ਤੇ ਵੀ ਕੰਟੀਨਿਊ ਚੈੱਕ ਰਹਿੰਦਾ, ਠੀਕ ਹੈ। ਇਹ ਇਹਦੇ ਜੋ ਬੈਨੀਫਿਟ ਹੁੰਦੇ ਹੈ ਜੋ ਗੌਰਮੈਂਟ ਜੋ ਹੈ ਖਰਚਾ ਕਰਦੀ ਹੈ। ਥੈਂਕ ਯੂ ਸਟੂਡੈਂਟਸ।